बहुत बहुत स्वागत है ਤੁਹਾਡਾ। ਤੁਸੀਂ ਦੇਖ ਰਹੇ ਹੋ ਹੋਰਾਈਜ਼ਨਸ ਤੇ ਇਹ ਹੈ ਦਾ ਨਵਜੋਤ ਢਿੱਲੋਂਵਾਲ। ਮੈਂ ਹਾਂ ਨਵਜੋਤ ਢਿੱਲੋਂ। ਚਿੱਠੀਆਂ ਅਣਲਿਖੀਆਂ ਦਾ ਇੱਕ ਹੋਰ ਸਿਲਸਿਲਾ ਤੁਹਾਡੇ ਲਈ ਲੈ ਕੇ ਅੱਜ ਫਿਰ ਹਾਜ਼ਰ ਹੋ ਗਈਆਂ ਹਰ ਬੁੱਧਵਾਰ ਦੀ ਤਰ੍ਹਾਂ। ਤੇ ਜਿਨ੍ਹਾਂ ਦੀਆਂ ਚਿੱਠੀਆਂ ਮੇਰੇ ਤੱਕ ਪਹੁੰਚੀਆਂ ਨੇ ਮੈਂ ਉਹਨਾਂ ਨੂੰ ਇਹ ਕਹਾਂਗੀ ਕਿ ਮੈਨੂੰ ਪਤਾ ਹੈ ਕਿ ਤੁਹਾਨੂੰ ਬੇਸਬਰੀ ਦੇ ਨਾਲ ਉਡੀਕ ਹੈ ਕਿ ਤੁਹਾਡੀ ਚਿੱਠੀ ਦੀ ਵਾਰੀ ਕਦੋਂ ਆਵੇ। ਮੇਰੇ ਕੋਲ ਚਿੱਠੀਆਂ ਕਾਫੀ ਪਈਆਂ ਨੇ, ਇਸ ਕਰਕੇ ਇੱਕ ਇੱਕ ਦੋ ਦੋ ਕਰਕੇ ਚਿੱਠੀਆਂ ਮੈਂ ਤੁਹਾਡੇ ਲਈ ਪੇਸ਼ ਕਰਦੀ ਜਾਊਂਗੀ। ਤੁਹਾਡੀ ਵਾਰੀ ਵੀ ਜ਼ਰੂਰ ਆਏਗੀ। ਜਿਨ੍ਹਾਂ ਨੇ ਚਿੱਠੀਆਂ ਹਾਲੇ ਤੱਕ ਨਹੀਂ ਭੇਜੀਆਂ ਉਹਨਾਂ ਦੀਆਂ ਦਾ ਮੈਂ ਇੰਤਜ਼ਾਰ ਕਰ ਰਹੀ ਹਾਂ। ਅੱਜ ਚਿੱਠੀਆਂ ਅਣਲਿਖੀਆਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਵਿਤਾ ਹੈ ਸੁਰਿੰਦਰ ਧੰਜਲ ਹੋਣਾ ਦੀ। ਉਸ ਕਵਿਤਾ ਦੇ ਵਿੱਚ ਮੈਨੂੰ 2-3 ਲਾਈਨਾਂ ਬਹੁਤ ਪਿਆਰੀਆਂ ਲੱਗੀਆਂ। ਅਸਲ ਦੇ ਵਿੱਚ ਉਹ ਕਿਉਂਕਿ ਖਤਾਂ ਦੇ ਬਾਰੇ ਹੈ। ਉਹ ਕਵਿਤਾ ਲੰਬੀ ਹੈ ਪਰ ਮੈਂ ਛੋਟਾ ਕਰਕੇ ਥੋੜ੍ਹੀਆਂ ਜਿਹੀਆਂ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਕਵਿਤਾ ਦਾ ਸ਼ੁਰੂ ਅਤੇ ਅੰਤ, ਕਿਉਂਕਿ ਵਿਚਾਲੇ ਕਵਿਤਾ ਦੇ ਵਿੱਚ ਇੱਕ ਕਹਾਣੀ ਹੈ। ਉਹ ਕਹਾਣੀ ਮੈਂ ਸਕਿਪ ਕਰਕੇ ਸਿਰਫ ਕਵਿਤਾ ਦਾ ਪਹਿਲਾ ਹਿੱਸਾ ਅਤੇ ਆਖਰੀ ਹਿੱਸਾ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਕਵਿਤਾ ਦਾ ਟਾਈਟਲ ਹੈ ਅਜੇ ਤੂੰ ਮੈਨੂੰ ਖਤ ਨਾ ਲਿਖੀ। ਅਜੇ ਤੂੰ ਮੈਨੂੰ ਖਤ ਨਾ ਲਿਖੀ, ਕਿੰਨੀ ਜ਼ਿੰਦਗੀ ਰੁਮਕਦੀ ਹੈ ਕਿਸੇ ਦੇ ਖਤ ਦੀ ਉਡੀਕ ਵਿੱਚ। ਕਿੰਨਾ ਮੁਸ਼ਕਿਲ ਹੈ ਆਪੇ ਨੂੰ ਜ਼ਿਬਾ ਕਰਕੇ ਕਿਸੇ ਨੂੰ ਖਤ ਨਾ ਲਿਖਣ ਲਈ ਕਹਿਣਾ, ਪਰ ਫਿਰ ਵੀ ਅਜੇ ਤੂੰ ਮੈਨੂੰ ਖਤ ਨਾ ਲਿਖੀ। ਇਹ ਕਵਿਤਾ ਦੀ ਸ਼ੁਰੂਆਤ ਸੀ। ਅਖੀਰ 'ਚ ਕੀ ਲਿਖਿਆ ਇਹਨਾਂ ਨੇ, ਕਹਿੰਦੇ ਤੇ ਹਾਂ ਸੁਣ ਮੈਂ ਬੇਜਵਾਬ ਨਹੀਂ। ਤੇ ਹਾਂ ਸੁਣ ਮੈਂ ਬੇਜਵਾਬ ਨਹੀਂ, ਅਣਲਿਖੇ ਖਤ ਵੀ ਬੜੇ ਅਹਿਮ ਖਤ ਹੁੰਦੇ ਨੇ। ਤੁਹਾਡੇ ਖਤਾਂ ਦਾ ਜ਼ਿਕਰ ਕੀਤਾ ਲੱਗਦਾ ਇਹਨਾਂ ਨੇ। ਅਣਲਿਖੇ ਖਤ ਵੀ ਬੜੇ ਅਹਿਮ ਖਤ ਹੁੰਦੇ ਨੇ, ਤੂੰ ਮੇਰੇ ਖਤ ਦੀ ਉਡੀਕ ਕਰੀ। ਅਗਲਾ ਖਤ ਮੈਂ ਤੈਨੂੰ ਲਿਖਾਂਗਾ, ਅਜੇ ਤੂੰ ਮੈਨੂੰ ਖਤ ਨਾ ਲਿਖੀ। ਇਹ ਸੀ ਜੀ ਸੁਰਿੰਦਰ ਧੰਜਲ ਹੋਣਾ ਦੀ ਕਵਿਤਾ ਦੀਆਂ ਕੁਝ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਖੈਰ ਅੱਜ ਜਿਹੜਾ ਇਹ ਸੈਗਮੈਂਟ ਹੈ ਚਿੱਠੀਆਂ ਅਣਲਿਖੀਆਂ ਦਾ, ਉਹਦੇ ਵਿੱਚ 2 ਚਿੱਠੀਆਂ ਮੈਂ ਤੁਹਾਡੇ ਲਈ ਸ਼ਾਮਿਲ ਕੀਤੀਆਂ ਨੇ। ਆਓ ਫਿਰ ਸਿਲਸਿਲਾ ਸ਼ੁਰੂ ਕਰਦੇ ਹਾਂ ਚਿੱਠੀਆਂ ਅਣਲਿਖੀਆਂ ਦਾ। ਪਹਿਲੀ ਚਿੱਠੀ ਹੈ ਕੈਲਗਰੀ ਤੋਂ, ਮੇਰੇ ਕੋਲ ਆਈ ਹੈ ਬਲਵਿੰਦਰ ਕੌਰ ਬਰਾੜ ਹੋਣੀ ਇਹਨਾਂ ਨੇ ਇਹ ਚਿੱਠੀ ਲਿਖੀ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਉਹਨਾਂ ਨੂੰ ਜਾਣਦੇ ਹੋਗੇ ਕਿਉਂਕਿ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਹ ਪੰਜਾਬੀ ਵਿਭਾਗ ਦੇ ਵਿੱਚ ਲੰਬਾ ਸਮਾਂ ਪੜ੍ਹਾਉਂਦੇ ਰਹੇ। ਉਹਨਾਂ ਦੀਆਂ ਸਰਵਿਸਿਜ਼ ਉਸ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਦਿੱਤੀਆਂ, ਪੰਜਾਬੀ ਡਿਪਾਰਟਮੈਂਟ ਦੇ ਵਿੱਚ। ਅਤੇ ਹੁਣ ਉਹ ਬਹੁਤ ਵਧੀਆ ਲਿਖ ਵੀ ਰਹੇ ਨੇ। ਅਤੇ ਇਹ ਜਿਹੜਾ ਖਤ ਇਹਨਾਂ ਨੇ ਲਿਖਿਆ ਇਹ ਬੜਾ ਪਿਆਰਾ ਖਤ ਹੈ, ਬਹੁਤ ਇਮੋਸ਼ਨਲ, ਬਹੁਤ ਜਜ਼ਬਾਤੀ ਖਤ ਹੈ। ਸਿਰਫ 26 ਸਾਲ ਦੀ ਉਮਰ ਸੀ ਉਹਨਾਂ ਦੀ, ਬਲਵਿੰਦਰ ਕੌਰ ਬਰਾੜ ਹੋਣਾ ਦੀ, ਜਿਸ ਵੇਲੇ ਉਹਨਾਂ ਦੇ ਜੀਵਨ ਸਾਥੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਆਪਣੇ ਜੀਵਨ ਸਾਥੀ ਦੇ ਵਿਛੋੜੇ ਤੋਂ ਬਾਅਦ ਉਹਨਾਂ ਨੇ ਆਪਣੇ ਜੀਵਨ ਸਾਥੀ ਦੇ ਨਾਮ ਇੱਕ ਚਿੱਠੀ ਲਿਖੀ ਸੀ ਅਤੇ ਉਸ ਚਿੱਠੀ ਦਾ ਟਾਈਟਲ ਵੀ ਉਹਨਾਂ ਨੇ ਲਿਖਿਆ ਸੀ ਸਿਰਨਾਮਾ ਨਸੀਬ ਨਹੀਂ ਹੋਇਆ। ਅਤੇ ਉਹ ਜਿਹੜੀ ਚਿੱਠੀ ਸੀ ਸਾਹਿਤਕ ਮੈਗਜ਼ੀਨ ਨਾਗਮਣੀ ਦੇ ਵਿੱਚ 1982 ਦੇ ਵਿੱਚ ਪਬਲਿਸ਼ ਵੀ ਹੋਈ ਸੀ। ਇਹ ਚਿੱਠੀ ਇਹਨਾਂ ਨੇ ਚਿੱਠੀਆਂ ਅਣਲਿਖੀਆਂ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਭੇਜੀ ਹੈ। ਬਲਵਿੰਦਰ ਬਰਾੜ ਜੀ, ਧੰਨਵਾਦ ਤੁਹਾਡਾ। ਚਿੱਠੀ ਉਹਨਾਂ ਦੀ ਹੂ ਬਹੂ ਜਿਵੇਂ ਉਹਨਾਂ ਨੇ ਲਿਖੀ ਹੈ ਮੈਂ ਬਿਲਕੁਲ ਉਸੇ ਤਰੀਕੇ ਦੇ ਨਾਲ ਪੜ੍ਹ ਰਹੀ ਹਾਂ। ਕਹਿੰਦੇ ਜਾਣਦੀ ਹਾਂ ਤੈਨੂੰ ਖਤ ਲਿਖਣਾ ਖੁਦ ਦੀ ਪਰਿਕਰਮਾ ਕਰਕੇ ਬਿਨਾਂ ਪੂਰੀ ਹੋਈ ਸੁਖਨਾ ਦੇ ਘਰ ਪਰਤਣਾ ਹੈ, ਪਰ ਅੰਬਾਂ ਦੀ ਭੁੱਖ ਅੰਬਾਂ ਖੜੀਆਂ ਤੋਂ ਪੂਰੀ ਕਰਨ ਦੀ ਫਿਤਰਤ ਵੀ ਮੇਰੇ ਨਾਲ ਹੀ ਜੰਮੀ ਹੈ। ਮੇਰੀ ਅਣਕਹੀ ਬੁੱਝਣ ਵਾਲੇ, ਪਤਾ ਨਹੀਂ ਕਿਹੜੀ ਘੜੀ ਤੂੰ ਇਸ ਜਨਮ ਦੇ ਹਿਸਾਬ ਪੂਰੇ ਨਿਬੇੜ ਕੇ ਅਗਲੇ ਜਨਮ ਵਿੱਚ ਪੈਰ ਰੱਖ ਲਿਆ। ਮੇਰੇ ਕਹੇ ਹੋਏ ਬੋਲ ਤਾਂ ਇੱਕ ਪਾਸੇ ਰਹੇ, ਇਹ ਲਿਖੇ ਹੋਏ ਸ਼ਬਦ ਵੀ ਖਾਲੀ ਹੱਥੀਂ ਮੇਰੇ ਕੋਲ ਪਰਤ ਆਉਣਗੇ। ਸੋਚਦੀ ਹਾਂ ਮੈਂ ਬੇਮੌਤ ਮਰ ਕੇ ਜੋ ਇੰਝ ਛਟਪਟਾ ਰਹੀ ਹਾਂ, ਤੇਰੇ ਉੱਤੇ ਮੌਤ ਹੱਥੋਂ ਮਰ ਕੇ ਕੀ ਗੁਜ਼ਰੀ ਹੋਊ। ਕਾਸ਼ ਤੂੰ ਇਸੇ ਜਨਮ ਵਿੱਚ ਬੇਵਫਾ ਹੋ ਜਾਂਦਾ, ਮੇਰਾ ਤੇਰਾ ਰਿਸ਼ਤਾ ਇਸੇ ਧਰਤੀ ਦੀ ਹਿੱਕ 'ਤੇ ਤਾਂ ਕਾਇਮ ਰਹਿੰਦਾ। ਪਤਾ ਨਹੀਂ ਕਿਹੋ ਜਿਹੇ ਦਰਦਮੰਦ ਹੁੰਦੇ ਹੋਣਗੇ ਜਿਨ੍ਹਾਂ ਦੀਆਂ ਆਹਾਂ ਨਾਲ ਅੰਬਰ ਕਾਲਾ ਹੋ ਜਾਂਦਾ ਹੈ, ਜਿਨ੍ਹਾਂ ਦੀਆਂ ਅੱਖੀਆਂ 'ਚੋਂ ਕਿਰਿਆ ਹੰਝੂ ਜ਼ਮੀਨ ਦੀ ਹਿੱਕ 'ਤੇ ਛਾਲਾ ਪਾ ਦਿੰਦਾ ਹੈ। ਤੇਰੇ ਪਿੱਛੋਂ ਤੇਰਾ ਜ਼ਿਕਰ ਮੇਰੇ ਦਾਇਰੇ ਵਿੱਚ ਇਉਂ ਕਰ ਦਿੱਤਾ ਜਾਂਦਾ ਹੈ ਜਿਵੇਂ ਮਰਨ ਵਾਲਾ ਡਿਕਸ਼ਨਰੀ ਵਿਚਲਾ ਕੋਈ ਸ਼ਬਦ ਹੋਵੇ, ਜਿਸ ਦੇ ਅਰਥ ਮੇਰੇ ਤੱਕ ਅੱਪੜਦੇ ਮੇਰੇ ਅੰਦਰ ਨਵਾਂ ਛੇਕ ਪਾ ਦਿੰਦੇ ਨੇ। ਮੈਂ ਵਲੂੰਦਰਿਆ ਹੋਇਆ ਆਪਾ ਹੱਸਦੇ ਦੰਦਾਂ ਦੇ ਨਾਟਕ ਹੇਠ ਲੁਕੋ ਕੇ
ਵੇਲੇ ਸਮੇਂ ਵਿੱਚ ਫਰੋਲਣ ਲਈ ਰੱਖ ਛੱਡਦੀ ਹਾਂ। ਬਾਕੀ ਹੰਝੂਆਂ ਨੂੰ ਅੱਖਾਂ ਦੀ ਦਹਲੀਜ਼ ਤੋਂ ਪਿੱਛਾਂ ਪਰਤ ਜਾਣ ਲਈ ਕਹਿੰਦੀ ਦੂਜੇ ਪਾਸੇ ਮੂੰਹ ਮੋੜਦੀ ਹਾਂ। ਜਦ ਤੱਕ ਵਿਸ਼ੇ ਦਾ ਰੁੱਖ ਡਿਕਸ਼ਨਰੀ ਦੇ ਕਿਸੇ ਹੋਰ ਸ਼ਬਦ ਤੱਕ ਅੱਪੜਦਾ ਹੈ, ਤਰਸ ਆਉਂਦਾ ਹੈ ਆਪਣੇ ਆਪ 'ਤੇ ਕਿਹੋ ਜਿਹਾ ਆਖਰੀ ਹਾਦਸਾ ਆਪਣੇ ਦੋਹਾਂ ਵਿਚਕਾਰ ਵਾਪਰਿਆ, ਜਿਸ ਪਿੱਛੋਂ ਹਰ ਸ਼ੈ 'ਤੇ ਟਿਕਦੀ ਨਜ਼ਰ ਤੇਰੇ ਨਾਲ ਸੰਬੰਧਿਤ ਹੋ ਕੇ ਮੁੜਦੀ ਹੈ। ਜੇ ਭਾਈ ਜੀ ਪਾਠ ਕਰਦਾ ਹੈ ਤਾਂ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ ਹੀ ਆਖਦਾ ਹੈ। ਜੇ ਰੇਡੀਓ ਸੁਣਦੀ ਹਾਂ ਤਾਂ ਵੀ हिजर की रात और इतनी रोशन दी आवाज़ करनी पैंदी है। ते जे तेरी कोई लिखत खोलदी हाँ उत्थे भी सज्जण बिन रातां होइयां वड्डियां ही क्यों लिखिया मिलदा है। इहो जी पिघलदी मोमबत्ती वर्गी जिंदगी दे पलां लई ना हासा गवारा है ते ना रोना। हासा इसलिए कि हुण हासा अंदरों उठदा ही नहीं, ते रोना इसलिए नहीं कि लोकां कोल अपने रोने ही बथेरे हुंदे ने। तेरा मरे दा भी मुल पिया, मेरे जिउण दी भी कीमत गवाची। जिन्हां चौराहियां उत्ते फुल्लां दी आब नाल आउणा चाहिया सी, गलियां ते कक्खां बराबर तुरना पिया। हुण तेरियां कंधां दे गल लग रोयां पत्थरां ने दिल वांग पसीजना नहीं, पर मैं तेरे विहड़े दी एक एक कंकर नूं दूर बैठी मोह भीजी निगाह नाल वेखदी रहिंदी हाँ। लोकां तो रोण लुकोया जा सकता है पर अपने आप तो नहीं। मेरी उम्र दी दोपहर भी मेरे गुनाहां दी सूची विच दर्ज होई प्रतीत हुंदी है। सख्त सर्दी विच हर अग तो बलदी चिता दा सेक आउण वर्गी जिंदगी नूं जिउणा नहीं, दिन कटी ही तां कहा जा सकता है। मैं दसदी हाँ कि बलविंदर कौर बराड़ होना ने अपने ਜਿਹੜੇ ਪਤੀ ਇਹਨਾਂ ਦੇ ਸਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਬੇਵਕਤੀ ਜਦੋਂ ਉਹਨਾਂ ਦੀ ਮੌਤ ਸੀ ਉਸ ਤੋਂ ਬਾਅਦ ਆਪਣੇ ਪਤੀ ਨੂੰ ਇਹ ਵੈਰਾਗ ਭਰਿਆ ਪੱਤਰ ਲਿਖਿਆ ਸੀ, ਜਿਹਦਾ ਅਸਲ ਦੇ ਵਿੱਚ ਸੱਚੀ ਮੁੱਚੀ ਸਿਰਨਾਵਾ ਨਸੀਬ ਨਹੀਂ ਹੋਇਆ। ਅਤੇ ਅੱਜ ਮੇਰੇ ਨਸੀਬ ਦੇ ਵਿੱਚ ਇਹ ਹੈ ਕਿ ਮੈਂ ਇਹ ਚਿੱਠੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਲਿਖ ਰਹੇ ਨੇ, ਕਹਿੰਦੇ ਸਖਤ ਸਰਦੀ ਵਿੱਚ ਹਰ ਅੱਗ ਤੋਂ ਬਲਦੀ ਚਿਤਾ ਦਾ ਸੇਕ ਆਉਣ ਵਰਗੀ ਇਸ ਜ਼ਿੰਦਗੀ ਨੂੰ ਜਿਉਣਾ ਨਹੀਂ, ਦਿਨ ਕੱਟੀ ਤਾਂ ਕਿਹਾ ਜਾ ਸਕਦਾ ਹੈ। ਮੈਂ ਬਾਵੇ ਨੂੰ ਝੂਠ ਬੋਲਦੀ ਹਾਂ ਕਿ ਤੇਰੇ ਪਾਪਾ ਆਉਣਗੇ। ਕਾਸ਼ ਕੋਈ ਅਜਿਹਾ ਝੂਠ ਮੇਰੇ ਕੋਲ ਵੀ ਬੋਲੇ। ਜੀ ਕਰਦਾ ਸਵੇਰ ਨੂੰ ਉੱਠਾਂ ਤਾਂ ਤੇਰਾ ਬਾਵਾ 4 ਸਾਲ ਤੋਂ 24 ਦਾ ਹੋ ਜਾਏ, ਉਸ ਦਾ ਮਾਸੂਮ ਮੂੰਹ ਦਾੜੀ ਵਾਲ ਹੋਵੇ ਅਤੇ ਮੈਂ ਜ਼ਰਾ ਜ਼ਰਾ ਕਰਕੇ ਕੱਟ ਰਹੀ ਜ਼ਿੰਦਗੀ ਨੂੰ ਇੱਕੋ ਉਲਾਂਘ ਵਿੱਚ ਕਬਰ ਤੱਕ ਪਹੁੰਚਾ ਦਿਆਂ। ਕਿਸੇ ਦੀ ਮੌਤ 'ਤੇ ਜਦੋਂ ਤੇਰੀ ਧੀ ਗੁੱਗੂ ਅੱਖਾਂ ਭਰਦੀ ਹੈ, ਮੈਂ ਸੋਚਦੀ ਹਾਂ ਪਾਪਾ ਦੀ ਮੌਤ ਦਾ ਖਾਮੋਸ਼ ਜਿਹਾ ਹਾਦਸਾ ਕਿਸੇ ਬਹਾਨੇ ਸ਼ਬਦਾਂ ਤੱਕ ਆਏਗਾ। ਇਹ ਉਸਦੀ ਚੁੱਪ ਨੇ ਮੇਰੇ ਅੰਦਰ ਅਜਿਹਾ ਹੌਕਾ ਪਾ ਦਿੱਤਾ ਹੈ ਜੋ ਮੁੜ ਢਿੱਡ 'ਚੋਂ ਸਾਹ ਬਣ ਕੇ ਨਹੀਂ ਨਿਕਲਿਆ। ਅੱਗੋਂ ਇਹਨਾਂ ਨੇ ਲਿਖਿਆ, ਕਹਿੰਦੇ ਇਹ ਸਭ ਕੁਝ ਕਾਗਜ਼ ਦੇ ਸੀਨੇ 'ਤੇ ਉਕਰਿਆ ਕਿਸੇ ਸ਼ਿਕਾਇਤ ਦੀ ਇਬਾਰਤ ਵਰਗਾ ਕਿਉਂ ਬਣ ਗਿਆ। ਮੈਂ ਤਾਂ ਅੰਦਰਲੀ ਕਸਕ ਦੀ ਕਰਵਟ ਨੂੰ ਅੱਖਾਂ ਦੇ ਮੂੰਹੋਂ ਘੇਰਿਆ ਹੈ। ਇਹਨੂੰ ਦੁਆ ਕਹੋ ਜਾਂ ਗਿਲਾ ਕਰਨਾ ਮੈਂ ਕਿਉਂ ਨਾ ਸਿੱਖਿਆ ਜਦੋਂ ਤੂੰ ਦੁਰਲੱਭ ਹਯਾਤੀ ਦਾ ਤਾਂ ਸਫ਼ਰ ਪਹਿਲਾਂ ਹੀ ਮੁਕਾ ਲਿਆ। ਜਦੋਂ ਤੇਰੇ ਆਂਗਣ ਮੇਰੀ ਡੋਲੀ ਤੇਰੀ ਨਿਗਾਹ ਹੇਠ ਆਈ ਸੀ, ਮੇਰੀ ਅਰਥੀ ਵੀ ਤੇਰੇ ਮੋਢਿਆਂ ਤੋਂ ਹੀ ਗੁਜ਼ਰਨੀ ਚਾਹੀਦੀ ਸੀ। ਤੈਨੂੰ ਸਮੇਟ ਕੇ ਆਈ ਭੀੜ ਦੇ ਸਿਰਾਂ ਵਿੱਚੋਂ ਮੈਂ ਤੇਰੇ ਗਵਾਚੇ ਸਿਰ ਨੂੰ ਤਲਾਸ਼ਦੀ ਰਹੀ। ਹੁਣ ਤਰਸਦੀ ਹਾਂ ਉਹ ਭੀੜ ਮੁੜ ਕੇ ਕਦੋਂ ਜੁੜੇਗੀ ਜੋ ਮੈਨੂੰ ਤੇਰੇ ਤੱਕ ਸਮੇਟੇਗੀ। ਅਖੀਰ 'ਚ ਲਿਖਿਆ ਇਹਨਾਂ ਨੇ ਬਲਵਿੰਦਰ ਕੌਰ ਬਰਾੜ ਹੋਣਾ ਨੇ, ਉਦੋਂ ਤੱਕ ਤੇਰੀ ਚਿਖਾ ਦਾ ਦਾਗ ਤੱਕ ਮਿਟ ਜਾਵੇਗਾ। ਮੈਂ ਤਾਂ ਖਾਕ 'ਤੇ ਵੀ ਸੋਚ ਕੇ ਪੈਰ ਟਿਕਾਉਂਦੀ ਹਾਂ ਕਿ ਇਸ ਵਿੱਚ ਤੇਰੇ ਨਕਸ਼ ਰਲੇ ਹੋਏ ਨੇ। ਤੈਨੂੰ ਗਿਲਾ ਹੋਏਗਾ ਕਿ ਹਰ ਸਾਹ ਨਾਲ ਸਾਥ ਦੇਣ ਵਾਲੀ ਮੈਂ ਆਖਰੀ ਵਾਰ ਮੋਢਾ ਨਾ ਦੇ ਸਕੀ, ਪਰ ਔਰਤ ਜ਼ਾਤ ਜਨਾਜ਼ੇ ਚੁੱਕਦੀ ਕਿਸ ਵੇਖੀ ਹੈ। ਬਲਵਿੰਦਰ ਕੌਰ ਬਰਾੜ ਜੀ, ਇੰਨੇ ਸਾਲ ਪਹਿਲਾਂ ਇਹ ਜਿਹੜਾ ਤੁਸੀਂ ਖੱਤ ਲਿਖਿਆ ਸੀ, ਚਿੱਠੀਆਂ ਅਣਲਿਖੀਆਂ ਦੇ ਲਈ ਤੁਸੀਂ ਭੇਜਿਆ, ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਬਹੁਤ ਜਜ਼ਬਾਤੀ ਖੱਤ ਸੀ ਇਹ।
ਇਹ ਜਿਹੜੇ ਜਜ਼ਬਾਤ ਨੇ ਅਸਲ 'ਚ ਬਹੁਤ ਵਾਰੀ ਇਹ ਦੇਖਣ ਦੇ ਵਿੱਚ ਆਉਂਦਾ ਕਿ ਜਿਸ ਵੇਲੇ ਸਾਡੇ ਪਿਆਰੇ ਸਾਡੇ ਨੇੜੇ ਹੁੰਦੇ ਨੇ, ਸਾਡੇ ਆਪਣੇ ਕੋਲ ਹੁੰਦੇ ਨੇ, ਅਸੀਂ ਬਹੁਤ ਵਾਰੀ ਹਿਚਕਚਾ ਜਾਂਦੇ ਹਾਂ ਆਪਣੇ ਜਜ਼ਬਾਤ ਦਾ ਇਜ਼ਹਾਰ ਕਰਨ ਤੋਂ, ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਪਲਾਂ ਦੇ ਵਿੱਚ ਕਦੋਂ ਜਿਹੜੀ ਮੌਤ ਹੈ ਉਹ ਉਡਾ ਕੇ ਲੈ ਜਾਂਦੀ ਹੈ ਸਾਡੇ ਆਪਣੇ ਪਿਆਰਿਆਂ ਨੂੰ, ਸੱਜਣਾਂ ਨੂੰ। ਇਹ ਪਲ ਦਾ ਵੀ ਭਰੋਸਾ ਨਹੀਂ ਹੁੰਦਾ। ਪਰ ਹਾਂ, ਕੁਝ ਜਜ਼ਬਾਤ ਜਿਹੜੇ ਸਾਡੇ ਅੰਦਰ ਦੱਬੇ ਰਹਿ ਜਾਂਦੇ ਨੇ, ਇਜ਼ਹਾਰ ਕਰਨ ਨੂੰ ਦਿਲ ਕਰਦਾ, ਪਰ ਉਹ ਪਲ ਵਾਪਸ ਨਹੀਂ ਆਉਂਦੇ। ਤੁਸੀਂ ਉਹਨਾਂ ਪਲਾਂ ਦੇ ਵਿੱਚ ਬੈਠ ਕੇ ਇਹ ਜਿਹੜਾ ਖਤ ਲਿਖਿਆ, ਹੁਣ ਤੱਕ ਸਾਂਭਿਆ ਹੋਇਆ, ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਅਗਲੀ ਜਿਹੜੀ ਚਿੱਠੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਜਦੋਂ ਚਿੱਠੀਆਂ ਅਣਲਿਖੀਆਂ ਦਾ ਪਹਿਲਾ ਐਪੀਸੋਡ ਮੈਂ ਤੁਹਾਡੇ ਲਈ ਲੈ ਕੇ ਆਈ ਸੀ, ਟੋਰਾਂਟੋ ਤੋਂ ਇੱਕ ਚਿੱਠੀ ਆਈ ਸੀ ਕੋਮਲਪ੍ਰੀਤ ਹੋਣਾ ਦੀ, ਅਤੇ ਕੋਮਲਪ੍ਰੀਤ ਹੋਣਾ ਨੇ ਇਹ ਦੂਜੀ ਚਿੱਠੀ ਲਿਖੀ ਹੈ ਚਿੱਠੀਆਂ ਅਣਲਿਖੀਆਂ ਦੇ ਲਈ। ਮੈਂ ਤੁਹਾਡੀ ਨਜ਼ਰ ਕਰ ਰਹੀ ਹਾਂ ਉਹਨਾਂ ਦੀ ਇਹ ਚਿੱਠੀ। ਕਹਿੰਦੇ, ਮੇਰੇ ਪਿਆਰੇ ਸ਼ੁਭ ਚਿੰਤਕ, ਸਤਿ ਸ੍ਰੀ ਅਕਾਲ। ਇਹ ਮੇਰਾ ਦੂਸਰਾ ਅਣਲਿਖਿਆ ਖਤ ਹੈ। ਪਹਿਲਾ ਮੇਰੇ ਆਪਣਿਆਂ ਦੇ ਨਾਮ ਸੀ, ਇਹ ਤੁਹਾਡੇ ਨਾਮ ਹੈ। ਮੈਂ ਚਿੱਠੀ ਦੇ ਮੁੱਢ ਵਿੱਚ ਹੀ ਆਪ ਜੀ ਤੋਂ ਮੁਆਫੀ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਚਿੱਠੀਆਂ ਵਿੱਚ ਪਹਿਲੇ ਸਥਾਨ 'ਤੇ ਨਹੀਂ ਰੱਖਿਆ। ਅੱਜ ਆਪਣੇ ਦੂਸਰੇ ਪੱਤਰ ਵਿੱਚ ਆਪ ਜੀ ਦਾ ਧੰਨਵਾਦ ਕਰਦੀ ਹਾਂ। ਸੋ ਜੀ, ਇਹ ਜਿਹੜੀ ਚਿੱਠੀ ਕੋਮਲਪ੍ਰੀਤ ਨੇ ਲਿਖੀ ਹੈ, ਆਪਣੇ ਸ਼ੁਭ ਚਿੰਤਕਾਂ ਦੇ ਨਾਮ ਲਿਖੀ ਹੈ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ, ਬਰਾਬਰਤਾ ਦੀ ਵਕਾਲਤ ਕੀਤੀ ਹੈ, ਅਤੇ ਕਾਣੀ ਵੰਡ ਤੋਂ ਵੱਧ ਦੁੱਖ ਮੈਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਹੁੰਦਾ। ਸੋ ਮੈਂ ਆਪਣੇ ਸ਼ਿਕਵੇ ਦੀ ਦਾਸਤਾਨ ਨੂੰ ਲਿਖਿਆ ਅਤੇ ਆਪਣੇ ਭਾਵ ਪ੍ਰਗਟਾਏ, ਪਰ ਸ਼ੁਭ ਚਿੰਤਕਾਂ ਜਿਨ੍ਹਾਂ ਹਮੇਸ਼ਾ ਮੇਰਾ ਹੌਸਲਾ ਵਧਾਇਆ ਹੈ, ਮੇਰੀ ਪਿੱਠ ਥਾਪੜੀ, ਉਹਨਾਂ ਨੂੰ ਵੀ ਧੰਨਵਾਦ ਦੀ ਚਿੱਠੀ ਲਿਖੀ ਜਾਵੇ, ਇਹ ਮੈਂ ਸੋਚਿਆ। ਸੋ ਅੱਜ ਮੈਂ ਆਪ ਸਭ ਦਾ ਸ਼ੁਕਰੀਆ ਕਰਦੀ ਹਾਂ, ਮੇਰੇ ਵਿੱਚ ਵਿਲੱਖਣ ਚੰਗੇ ਪ੍ਰੇਰਿਤ ਗੁਣਾਂ ਨੂੰ ਦੇਖਣ ਲਈ ਅਤੇ ਮੇਰਾ ਹੌਸਲਾ ਵਧਾਉਣ ਲਈ ਧੰਨਵਾਦ। ਤੁਹਾਡੇ ਵਿੱਚੋਂ ਕਈ ਤੇ ਮੇਰੀ ਮੁਸਕਰਾਹਟ ਤੋਂ ਹਮੇਸ਼ਾ ਪ੍ਰਭਾਵਿਤ ਰਹਿੰਦੇ ਨੇ, ਜੋ ਮੈਨੂੰ ਹਰ ਵੇਲੇ ਖੁਸ਼ ਰਹਿਣ ਅਤੇ ਖੁਸ਼ੀਆਂ ਵੰਡਣ ਲਈ ਪ੍ਰੇਰਿਤ ਕਰਦੇ ਨੇ। ਤੁਸੀਂ ਮੈਨੂੰ ਬਹੁਤ ਵਾਰੀ ਕੰਪਲੀਮੈਂਟ ਵੀ ਕੀਤਾ ਹੈ ਮੇਰੇ ਹੱਸਦੇ ਚਿਹਰੇ ਲਈ। ਅੱਜ ਮੈਂ ਵੀ ਆਪ ਜੀ ਦਾ ਧੰਨਵਾਦ ਕਰਦੀ ਹਾਂ। ਇਹ ਆਪ ਹੀ ਹੋ ਜਿਨ੍ਹਾਂ ਨੇ ਮੈਨੂੰ ਹੱਸਣ ਅਤੇ ਖੁਸ਼ ਰਹਿਣ ਲਈ ਪ੍ਰੇਰਿਆ। ਕਈਆਂ ਲਈ ਮੈਂ ਮੁਸ਼ਕਲਾਂ ਵਿੱਚ ਹਿੱਸੇਦਾਰ ਬਣਦੀ ਅਤੇ ਉਹ ਮੈਨੂੰ ਆਪਣੀਆਂ ਮੁਸ਼ਕਲਾਂ ਦੇ ਹੱਲ ਪੁੱਛਦੇ, ਵੱਟੇ ਵਿੱਚ ਆਪਣੀਆਂ ਸ਼ੁਭ ਇੱਛਾਵਾਂ ਅਤੇ ਮੇਰੀ ਜੀਵਨ ਜਾਂਚ ਦੇ ਤਜਰਬੇ ਅਤੇ ਗੁਰੂ ਦੀ ਸਿੱਖਿਆ 'ਤੇ ਚੱਲਣ ਦਾ ਬਲ ਵੀ ਪ੍ਰਦਾਨ ਕਰ ਜਾਂਦੇ। ਮੇਰੇ ਸ਼ੁਭ ਚਿੰਤਕ ਹਮੇਸ਼ਾ ਮੇਰੇ ਵਿੱਚ ਆਪਣਾ ਵਕੀਲ, ਆਪਣਾ ਨੇਤਾ ਦੇਖਦੇ। ਨਾਲ ਇਹਨਾਂ ਲਿਖਿਆ, ਕਹਿੰਦੇ ਰਾਜਨੀਤਿਕ ਨੇਤਾ ਨਹੀਂ, ਗੱਲ ਕਰਨ ਵਾਲੀ ਆਵਾਜ਼ ਸਮਝਦੇ। ਆਪ ਸਭ ਸਮੇਂ ਸਿਰ ਮੈਨੂੰ ਦੱਸਦੇ ਰਹਿੰਦੇ ਕਿ ਮੈਂ ਇੱਕ ਵਧੀਆ ਪੇਰੈਂਟਿੰਗ ਕਰ ਰਹੀ ਹਾਂ ਆਪਣੇ ਬੱਚਿਆਂ ਦੀ। ਅਖੀਰ 'ਚ ਲਿਖਿਆ, ਕਹਿੰਦੇ ਤੁਸੀਂ ਸਾਰੇ ਮੇਰੇ ਮਿਲਣਸਾਰ ਸੁਭਾਅ, ਦਲੇਰੀ, ਸਿਰੜੀ ਹੋਣ ਦੀਆਂ ਗੱਲਾਂ ਆਪਣੇ ਘਰਾਂ ਮਹਿਫਲਾਂ ਵਿੱਚ ਕਰਦੇ ਅਤੇ ਮੇਰੇ ਤੱਕ ਸ਼ੁਭ ਇੱਛਾਵਾਂ ਭੇਜਦੇ ਹੋ। ਮੇਰੇ ਮਾਪਿਆਂ ਜੋ ਬੀਜ ਕੇ ਮੇਰੀ ਪਨੀਰੀ ਲਾਈ ਸੀ, ਆਪ ਜੀ ਦੀਆਂ ਸ਼ੁਭ ਇੱਛਾਵਾਂ ਨੇ ਉਸ ਦੀ ਪ੍ਰੂਨਿੰਗ ਕੀਤੀ ਹੈ, ਅਤੇ ਅੱਜ ਮੈਂ ਖੁਸ਼, ਮਿਹਨਤੀ, ਮਾਰਗਦਰਸ਼ਕ, ਸਿੱਖ ਅਤੇ ਉਹ ਵਿਅਕਤੀ ਹਾਂ ਜਿਸ ਨੂੰ ਲੋਕ ਆਪਣੇ ਦੁੱਖ ਅਤੇ ਸੁੱਖ ਦੋਹਾਂ ਵਿੱਚ ਪਹਿਲੇ ਦਰਜੇ 'ਤੇ ਰੱਖਦੇ ਹਨ। ਤੁਸੀਂ ਹਮੇਸ਼ਾ ਮੇਰੀਆਂ ਚੰਗੀਆਂ ਗੱਲਾਂ ਦੇਖੀਆਂ, ਮੇਰੇ ਚੰਗੇ ਗੁਣਾਂ ਦੀ ਗੱਲ ਕੀਤੀ। ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੁਸੀਂ ਹੀ ਹੋ ਜਿਨ੍ਹਾਂ ਨੇ ਮੈਨੂੰ ਮੇਰਾ ਪਹਿਲਾ ਖਤ ਅਤੇ ਡਾਇਰੀ ਖਰੀਦਣ ਦੀ ਸਲਾਹ ਦਿੱਤੀ ਸੀ, ਪਰ ਮੈਂ ਲਿਖਾਂ ਇਸ 'ਤੇ ਵੀ ਪਹਿਰਾ ਦਿੱਤਾ। ਆਪ ਦੀ ਰਿਣੀ, ਆਪ ਦੀ ਕੋਮਲਪ੍ਰੀਤ। ਕੋਮਲਪ੍ਰੀਤ, ਬਹੁਤ ਵਧੀਆ ਲੱਗਾ ਕਿ ਅਸਲ 'ਚ ਹੁੰਦਾ ਇਹ ਹੈ ਕਿ ਅਸੀਂ ਆਪਣੇ ਜਿਹੜੇ ਆਲੇ ਦੁਆਲੇ ਲੋਕ ਹੁੰਦੇ ਨੇ, ਜਦੋਂ ਉਹਨਾਂ ਦੇ ਵਿੱਚੋਂ ਆਪਣੇ ਸ਼ੁਭ ਚਿੰਤਕਾਂ ਨੂੰ ਪਹਿਚਾਣ ਲੈਂਦੇ ਹਾਂ, ਸਾਨੂੰ ਜ਼ਿਆਦਾ ਐਨਰਜੀ ਮਿਲਦੀ ਹੈ। ਪਰ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਤੁਸੀਂ ਖੁਦ ਵੀ ਇਹਦੇ ਵਿੱਚ ਜ਼ਿਕਰ ਕੀਤਾ ਕਿ ਨਾ ਸਿਰਫ ਉਹ ਤੁਹਾਨੂੰ ਐਨਰਜੀ ਦੇ ਰਹੇ ਨੇ, ਚੰਗੀ ਊਰਜਾ ਦੇ ਰਹੇ ਨੇ, ਤੁਸੀਂ ਵੀ ਉਹਨਾਂ ਦੇ ਦੁੱਖ ਸੁੱਖ ਦੇ ਹਿੱਸੇਦਾਰ ਬਣਦੇ ਹੋ, ਉਹਨਾਂ ਦੀ ਗੱਲਬਾਤ ਸੁਣਦੇ ਹੋ, ਸਮਝਦੇ ਹੋ। ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਇੱਕ ਦੂਸਰੇ ਦੇ ਲਈ ਮੋਟੀਵੇਸ਼ਨ ਬਣ ਜਾਂਦੇ ਹਾਂ। ਸੋ ਤੁਸੀਂ ਆਪਣੇ ਸ਼ੁਭ ਚਿੰਤਕਾਂ ਨੂੰ ਚਿੱਠੀ ਲਿਖੀ ਹੈ, ਮੈਨੂੰ ਵੀ ਪੂਰਾ ਯਕੀਨ ਹੈ ਕਿ ਉਹਨਾਂ ਦੇ ਲਈ ਤੁਸੀਂ ਵੀ ਉਹਨਾਂ ਦੇ ਸ਼ੁਭ ਚਿੰਤਕ ਹੋ। ਧੰਨਵਾਦ, ਆਪਣੀਆਂ ਇਹ ਭਾਵਨਾਵਾਂ ਤੁਸੀਂ ਸਾਂਝੀਆਂ ਕੀਤੀਆਂ। ਲਓ ਜੀ, ਇਸ ਦੇ ਨਾਲ ਹੀ ਅੱਜ ਦਾ ਚਿੱਠੀਆਂ ਅਣਲਿਖੀਆਂ ਦਾ ਸਿਲਸਿਲਾ ਇੱਥੇ ਹੀ ਖਤਮ ਕਰਨਾ। ਪਰ ਜਾਂਦੀ ਜਾਂਦੀ ਤੁਹਾਨੂੰ ਇਹ ਜ਼ਰੂਰ ਬੇਨਤੀ ਕਰਾਂਗੀ ਕਿ ਜਦੋਂ ਕੋਈ ਗੱਲ ਚੰਗੀ ਲੱਗਦੀ ਹੈ, ਚਿੱਠੀਆਂ ਅਣਲਿਖੀਆਂ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀ ਕਰਦੀ ਹਾਂ।
ਕੋਈ ਚੀਜ਼ ਤੁਹਾਨੂੰ ਜਜ਼ਬਾਤੀ ਕਰ ਜਾਂਦੀ ਹੈ ਜਾਂ ਤੁਹਾਡੇ ਜਜ਼ਬਾਤ ਜਗਾਉਂਦੀ ਹੈ, ਉਸ ਚੀਜ਼ ਨੂੰ, ਉਸ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਤੁਸੀਂ ਹੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ। ਮੈਨੂੰ ਵੀ ਇੰਤਜ਼ਾਰ ਰਹਿੰਦਾ ਤੁਹਾਡੀ ਫੀਡਬੈਕ ਦਾ, ਨਾਲ ਨਾਲ ਤੁਹਾਡੀਆਂ ਚਿੱਠੀਆਂ ਦਾ। ਸੋ ਚਿੱਠੀਆਂ ਭੇਜਣ ਦੇ ਲਈ ਈਮੇਲ navjotdillonwall@gmail.com ਤੇ WhatsApp 7787129000। ਤੇ ਹੁਣ ਅੱਜ ਦਾ ਇਹ ਸਿਲਸਿਲਾ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਸ਼ੁਕਰੀਆ।